ਕਾਰ ਸਤਿ ਗੁਰ ਪ੍ਰਸਾਦ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ। ਜਨਮ ਮਰਨ ਮਲ ਉਤਰੈ, ਸਾਚੇ ਕੇ ਗੁਣ ਗਾਏ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਚੜ੍ਹਦੀ ਪ੍ਰਭਾਤ, ਗੁਰੂ ਦਰਬਾਰ ਹਾਜ਼ਰ ਹੋਣ ਦਾ ਸੁਭਾਗ ਸ਼ੁਭ ਅਵਸਰ ਸਾਨੂੰ ਪ੍ਰਾਪਤ ਆ। ਅਰਦਾਸ ਦੀ ਸ਼ਮੂਲੀਅਤ ਦੇ ਨਾਲ ਹੀ ਜੋ ਅੱਜ ਦਾ ਗੁਰਬਚਨ ਗੁਰਵਾਕ ਹੈ, ਭਾਈ ਸਾਹਿਬ ਨੇ ਸਾਨੂੰ ਦੁਹਰਾ ਕੇ ਸਰਵਨ ਕਰਵਾਇਆ ਹੈ। ਇਹ ਰਚਨਾ ਰਾਗ ਸੋਰਠ ਵਿੱਚੋਂ ਹੈ। ਸੋਰਠ ਕੀ ਵਾਰ ਮਹਲ ਚੌਥੇ ਕੀ ਉਹਦਾ ਹਿੱਸਾ ਹੈ। ਸਮੁੱਚਾ ਸ਼ਬਦ ਜਾਂ ਸਮੁੱਚਾ ਹੁਕਮਨਾਮਾ 2 ਸ਼ਲੋਕ ਅਤੇ 1 ਪੌੜੀ ਦੇ ਰੂਪ ਵਿੱਚ ਹੈ। ਪੌੜੀ ਗੁਰੂ ਰਾਮਦਾਸ ਸਾਹਿਬ ਦੀ ਉਚਰਿਤ ਕੀਤੀ ਹੈ। ਸ਼ਲੋਕ ਮਹਲਾ ਤੀਜਾ ਦੇ ਸਰਨਾਮੇ ਹੇਠ ਨੇ। ਗੁਰੂ ਅਮਰਦਾਸ ਪਾਤਸ਼ਾਹ ਦੀ ਇਹ ਨਵਾਜ਼ਿਸ਼ ਹੈ। ਸੋ ਆਓ ਮਰਿਆਦਿਤ ਢੰਗ ਦੇ ਨਾਲ ਇਹਨਾਂ ਗੁਰਵਾਕਾਂ ਦੀ ਤਕਰੀਰ ਅਸੀਂ ਪ੍ਰਾਰੰਭ ਕਰੀਏ। ਮੈਨੂੰ ਕੁਝ ਕਹਿਣ ਦੀ ਇਜਾਜ਼ਤ ਬਖਸ਼ਦੇ ਹੋਏ ਸਭ ਪ੍ਰੇਮ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ। ਜੇ ਆਪ ਥੋੜ੍ਹਾ ਬਹੁਤ ਭਾਰਤੀ ਖਿੱਤੇ ਦੇ ਧਾਰਮਿਕ ਲਿਟਰੇਚਰ ਦੇ ਨਾਲ ਜਿਹੜਾ ਵੈਦਿਕ ਪਰਪਾਟੀ ਵਿੱਚ ਆਉਂਦਾ ਹੈਗਾ, ਜਾਂ ਹਜ਼ਾਰਾਂ ਸਾਲ ਤੋਂ ਈਸਟਰਨ ਸਕੂਲ ਦੇ ਜਿਹਨੂੰ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਸਪਿਰਿਚੁਅਲਿਟੀ ਦਾ ਇੱਕ ਬੜਾ ਵੱਡਾ ਇੱਕ ਗੇਟਵੇ ਹੈਗਾ, ਬੜੀ ਸਾਡੇ ਕੋਲ ਇੱਕ ਰੂਟਸ ਨੇ ਸਾਡੇ ਪੁਰਾਣੇ। ਸਾਰੀ ਬਾਤ ਤੁਸੀਂ ਸਮਝਦੇ ਹੋ, ਵਿਚ ਆਰ ਕਮਿੰਗ ਫਰੋਮ ਸੰਸਕ੍ਰਿਤ, ਪਾਲੀ ਔਰ ਫਰੋਮ ਐਨੀ ਅਦਰ ਕਲਾਸੀਕਲ ਡਿਫਰੈਂਟ ਲੈਂਗੁਏਜਿਸ। ਉਹਨਾਂ ਦੇ ਵਿੱਚ ਜਿਹੜਾ ਕੁਝ ਸੰਕਲਪ ਨੇ, ਉਹ ਬੜੇ ਜਿਹੜੇ ਸੰਕਲਪ ਮੀਨ ਕੌਨਸੈਪਟ ਜਿਹੜੇ ਨੇ, ਉਹ ਇਸ ਤਰ੍ਹਾਂ ਨੇ ਕਿ ਜਿਵੇਂ ਬ੍ਰਹਮ ਹੈ, ਉਹਦੇ ਬਿਲਕੁਲ ਆਪੋਜ਼ਿਟ ਮਾਇਆ ਆ। ਬ੍ਰਹਮ ਬਿਲਕੁਲ ਸ਼ੁੱਧ ਸੈਕਰੇਟ ਸਪਿਰਿਚੁਅਲ ਸਾਈਡ ਆ। ਜਿਹੜਾ ਮਾਇਆ ਆ, ਇਹ ਬਿਲਕੁਲ ਇਲਿਊਜ਼ਨ ਆ। ਸੋ ਇਸ ਤਰੀਕੇ ਦਾ ਇੱਕ ਮੁਕਾਬਲਾ ਜਿਹੜਾ ਹੈਗਾ ਵਿਖਾਇਆ ਜਾਂਦਾ ਹੈ। ਪਰ ਜਿਹੜੀ ਮਾਇਆ ਦੇ ਪ੍ਰਤੀ ਅੰਡਰਸਟੈਂਡਿੰਗ ਹੈ, ਜਦੋਂ ਤੁਸੀਂ ਉਹਨੂੰ ਪ੍ਰੈਕਟੀਕਲੀ ਦੇਖਦੇ ਹੋ, ਅਤੇ ਖਾਸ ਕਰਕੇ ਜਿਵੇਂ ਹੁਣ ਸਾਡੇ ਕੋਲ ਗੁਰਬਾਣੀ ਵਰਗੀ ਰਚਨਾ ਆ, ਗੁਰਬਾਣੀ ਦੇ ਤੁਸੀਂ ਆਈਨੇ ਦੇ ਵਿੱਚੋਂ ਗੁਰਬਾਣੀ ਦੇ ਤੁਸੀਂ ਗਲਾਸ ਦੇ ਥਰੂ ਦੇਖਦੇ ਹੋ, ਦੈਨ ਉਹ ਟੋਟਲੀ ਪਤਾ ਲੱਗਦਾ ਕਿ ਦੈਟ ਇਜ਼ ਜਸਟ ਏ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਅਬਾਊਟ ਦਿਸ ਹੋਲ ਜਿਹੜਾ ਹੈਗਾ ਆਹ ਜਿਹੜਾ ਸੰਸਾਰ ਹੈ ਇਹਦੇ ਬਾਰੇ। ਕਿਉਂਕਿ ਮੋਸਟਲੀ ਕਿਹਾ ਗਿਆ ਹੈ ਸੰਸਾਰ ਮਾਇਆ ਆ। ਮਾਇਆ ਤੋਂ ਭਾਵ ਸਿੱਧੇ ਤੌਰ 'ਤੇ ਜਿਵੇਂ ਰੋਕੜ ਹੈ, ਕੈਸ਼, ਦਮੜੇ, ਸੋਨਾ ਚਾਂਦੀ, ਹੀਰੇ ਜਵਾਹਰਾਤ। ਫਿਰ ਅਗਲੇ ਪੜਾਅ 'ਚ ਕਹਿ ਤਾ ਗਿਆ ਧੀਆਂ ਪੁੱਤ, ਸੰਸਾਰ। ਸੋ ਜੇ ਤੁਸੀਂ ਇਫ ਯੂ ਵਾਂਟ ਟੂ ਐਕਸਰਸਾਈਜ਼ ਐਨੀ ਸਪਿਰਿਚੁਅਲਿਟੀ, then you have to renounce these all things. Then you can claim, you can see that you are going toward the spirituality. ਜੇ ਸਾਰੇ ਰੰਗ 'ਚ ਵੇਖਦੇ ਹਾਂ ਤੇ ਫਿਰ ਇਹ ਹੈ ਕਿ ਫਿਰ ਤੇ ਜੇ ਅਸੀਂ ਅਧਿਆਤਮੀ ਤਲ ਦੇ ਉੱਤੇ, ਰੂਹਾਨੀ ਤਲ ਦੇ ਉੱਤੇ ਜਾਂ ਸਪਿਰਿਚੁਅਲ ਸਾਈਡ ਤੋਂ ਆਪਣੀ ਬੈਟਰਮੈਂਟ ਚਾਹੁੰਦੇ ਹਾਂ ਤਾਂ ਦੁਨੀਆ ਸਾਰੀ ਛੱਡਣੀ ਪਏਗੀ। ਅਤੇ ਜੇ ਸਾਰੇ ਹੀ ਰੂਹਾਨੀ ਤੌਰ 'ਤੇ ਅੱਗੇ ਵਧਣ ਲੱਗ ਗਏ ਤਾਂ ਸੰਸਾਰ ਜਿਹੜਾ ਕੁਝ ਦਿਸਦਾ ਸਾਨੂੰ, ਇਹ ਕਿੱਥੇ ਜਾਏਗਾ?
if we are all actually just wishing to become monk, त्यागी, then दुनिया किवें चलेगी सारी। गुरु बाबा जी ने फिर इहदे बारे समझाया कि गल ये नहीं है, हकीकी रूप च भी ठीक है कि जे बंदा बाहरों छड्ड भी दे, सपोज करो बंदा की त्यागेगा, बंदा त्याग देगा कि मैं कामकार नहीं करांगा, बंदा त्याग देगा मैं पैसे नहीं कमावांगा, बंदा त्याग देगा मैं कोई ग्रोसरी नहीं कमावांगा, ग्रोसरी की अर्निंग नहीं करांगा, सब चीज़ें छड़ सकता है बंदा। पर बंदा एक चीज़ का त्याग नहीं कर सकता, रोटी का, फूड का। साडी जिहड़ी नीड आ वो तो असैंशियल है, वो तो तुसीं छड्ड नहीं सकते। क्यों? क्योंकि बाणी ये कहती है भुख का त्याग नहीं हो सकता, ये मदर नेचर तुहानूं देंदी है। भावें बंदा बीमार है, भावें बंदा कैदी है, भावें जो जिथे मर्जी बैठा है, भुख तो लगेगी। जे भुख लगेगी तो फिर प्रशादा भी चाहिए है। इसलिए बाबा कबीर जी ने बड़े मतलब रैशनलाइज करके गल की जो बाणी च असीं पढ़ते हैं, तो कहिंदे कि देखो बंदा तो बंदा, मैं तो ये गल कहना बाबा कबीर जी के बचन भी जिसनों रब ने पेट लाया है, वो भावें पंछी है, भावें वो जानवर है, भावें कीट मकौड़ है, कबीर जिसै उधर तिसै पैमाया, जिन्हों उधर पेट लगा दिता उन्होंने माया चाहिए है, उन्होंने पदार्थ चाहिए है, उन्होंने लोड़ के मुताबिक उदा फूड, उदा शैल्टर, उदी रहन की जगह, सब चीज़ां चाहिए ने। सो फिर दा मतलब ये होया कि संसार नूं किवें रिनाउंस करोगे, हाउ कैन यू रिनाउंस दिस वर्ल्ड। गुरु बाबा जी ने फिर दसिया जिहड़ा माया आ ये ना पदार्थ आ, ना दमड़ा आ, ना कोई ग्रस्त जीवन, ये सब माया नहीं है। माया एक बिरती है, एक ह्यूमन टेंडेंसी, एक जिहड़ा ह्यूमन नेचर का एक बड़ा वड्डा फला है, जिहदे उत्ते गुरु बाबा गुरु अमरदास साहब का बचन है। गुरु अमरदास साहब दे आनंद साहब की बाणी पढ़ते हैं, जो जिक्र करते, ये माया जित हर विसरै मोह उपजै भाव दूजा लाया। माया की है? जित हर विसरै, कोई भी चीज़ है जिन्हों वेखण तो बाद तुसी एथिकली जिहड़ा हैगा डाउन हो जाओ। किसी चीज़ नूं वेखण तो बाद तुसी तुहाडे मन दे विच जिहड़ी ईमान प्रस्तगी है, जिहड़ी तुहाडे दिल दे विच एक सच्चाई ते चलण वाली बात आ, रब नूं याद रखण दी गल, रब दे भै विच वो टुट जाए। बंदा संसार का कोई रूप, संसार की कोई रंगता, संसार का कोई रस, संसार की कोई गंध सुगंध, कोई चीज़ वो एकदम वेखदा आ, माणदा आ, एकदम इतना प्रभावित हो जाता, उन्होंने एथिकल अनएथिकल भुल जाता, वो कहता आई वांट इट। इत्थे हुण जिहड़ी एक्सरसाइज होएगी वो माया आ, वो एक्चुअल लैवल ते तुहानूं सही ह्यूमन तो लोअर लैवल ते ले आवेगी। ये है इल्यूसिव, ये है एक्चुअल लैवल ते तुहानूं जिहड़ा हैगा अपने आप दे जिहड़ी डेग रही है। गुरु बाबा जी ने क्या इनू समझ, यह माया जित हर विसरै, फिर मोह उपजै, मोह उपजै। आप एहसास करो असी सचियार होना आ, किव सचियारा हुई है, किव कूड़ा टुटा पाल। असी सतनाम का जाप करना है, सत दे नेड़े रहना है। सत मीन रियल, अल्टीमेट रियल। सत मीन लिविंग विद इंटीग्रिटी। सत मीन बिल्कुल जिहड़ी ट्रुथफुलनेस आ उहदे ट्रैक ते चलना। हुण ये की है ट्रुथफुलनेस या सच्चाई, रियलिटी की है? सब तो वड्डी रियलिटी ये है कि एज ए ह्यूमन वी आर हेयर इन दिस वर्ल्ड फॉर ए टाइम बीइंग, नॉट फॉर एवर। असी सदा वास्ते नहीं हैगे, असी थोड़े थोड़े चिरे वास्ते हैगे आ। एक मदर नेचर का ला आ जिहदे विच जीव पैदा हुंदा है, कुछ समा गुजारदा, फिर फौत हो जाता। सो मैनू अपने जीवन की अप्रोच भी एवें अडॉप्ट करनी पेगी। अदरवाइज जिहड़ा ग्रीड आ, जिहड़ा लालच आ, जिहड़ा संसार दे विच हर चीज़ नूं अपने बनाउण दी इच्छा लैके तुर रहा बंदा, वो इनू मार देगा। अज तुसीं दुनिया भर दे विच देखो, पैंडैमिक चल रही हैगी, ये कोविड-19 की सिचुएशन आ, लोकी तुसीं दुनिया भर दे रूमर सुन रहे हो, गल्लां सुन रहे हो, चर्चा सुन रहे हो। सम पीपल आर सेइंग
there isn't any chance to get any medicine. There are people who are saying no, they have actually medicine, everything, just they are doing politics so that people get more panic, people get more actually scary feelings, and then we'll launch it. That is actually kind of model ਜਿਹੜਾ ਹੈ ਇੱਕ ਜਿਹਨੂੰ ਕਿਹਾ ਜਾਏ ਕਿ ਜਿਹੜਾ ਹੈਗਾ ਅਨਟਰਸਟ ਇੱਕ ਉਸ ਲੈਵਲ ਦੀ ਹਾਲਤ ਜਿਹੜੀ ਹੈਗੀ ਏ ਉਹ ਸਾਰੀ ਫੈਲ ਸਪਰੈਡ ਹੋ ਰਹੀ ਚਾਰ ਚੁਫੇਰੇ। ਇਹਦਾ ਰੀਜ਼ਨ ਕਿਉਂਕਿ ਹਿਊਮਨ ਬਿਹੇਵੀਅਰ ਦੇ ਵਿੱਚ ਜਿਹੜੀ ਇੱਕੋ ਚੀਜ਼ ਸਭ ਤੋਂ ਵੱਧ ਐਕਸਰਸਾਈਜ਼ ਅਸੀਂ ਕਰਦੇ ਹੋਏ ਦੇਖ ਰਹੇ ਹਾਂ ਸਾਰਿਆਂ ਨੂੰ, ਉਹ ਹੈ ਗਰੀਡ। ਇਹਦੇ ਬਿਲਕੁਲ ਓਪੋਜ਼ਿਟ ਕੀ ਹੈ? ਸੰਤੋਖ, ਕੰਟੈਂਟਮੈਂਟ। ਬੰਦੇ ਨੂੰ ਕਿਤੇ ਨਾ ਕਿਤੇ ਜਾ ਕੇ ਤੇ ਆਪਣੇ ਆਪ ਨੂੰ ਰੋਕਣਾ ਪਏਗਾ ਨਾ ਵੀ ਇਨਫ ਇਜ਼ ਇਨਫ, ਮੇਰੀ ਕੋਈ ਨਾ ਕੋਈ ਲਿਮਿਟ ਤੇ ਹੋਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਦਾ ਅਸੀਂ ਜਪਜੀ ਸਾਹਿਬ ਦਾ ਬਚਨ ਪੜ੍ਹਦੇ ਹਾਂ, ਬਾਬਾ ਜੀ ਸਾਨੂੰ ਧਰਮ ਸਿਖਾਓਗੇ ਤੁਸੀਂ? ਅਸੀਂ ਧਰਮੀ ਹੋਣਾ ਚਾਹੁੰਦੇ ਹਾਂ। ਵੀ ਰੀਅਲੀ ਵਾਂਟ ਟੂ ਲਰਨ ਰਿਲੀਜਨ ਔਰ ਸਪਿਰਿਚੁਅਲਿਟੀ। ਗੁਰੂ ਨਾਨਕ ਸਾਹਿਬ, ਪਲੀਜ਼ ਬੀ ਮਾਈ ਮਾਸਟਰ, ਪਲੀਜ਼ ਟੀਚ ਮੀ। ਦੈਨ ਬਾਬਾ ਜੀ ਇਜ਼ ਸੇਇੰਗ, ਐਕਚੁਅਲੀ ਲਿਟਰਲੀ ਤੌਰ 'ਤੇ ਦੇਖੋ ਬਾਣੀ ਦੇ ਸ਼ਬਦ ਨੇ ਉਹਦੇ 'ਚ, ਮਹਾਰਾਜ ਸਿੰਘ ਧਰਮ ਸਿੱਖਣਾ ਆ, ਧਰਮ ਆਇਆ ਧੌਲ ਧਰਮ ਦਇਆ ਕਾ ਪੂਤ। ਇੰਡੀਅਨ ਓਰੀਜਨ ਜਾਂ ਉਸ ਖਿੱਤੇ ਦੇ ਵਿੱਚ ਇਹ ਰਿਹਾ ਕਿ ਜਿਹੜਾ ਆ ਧਰਮ ਨੂੰ ਇੱਕ ਜਿਵੇਂ ਮਤਲਬ ਤਮਾਸ਼ਾ ਬਣਾਤਾ। ਇਹੋ ਜਿਹੀਆਂ ਚੀਜ਼ਾਂ ਸਟੋਰੀਜ਼ ਸਕ੍ਰਿਪਚਰ ਦੇ ਰੂਪ ਵਿੱਚ ਲਿਖ ਦਿੱਤੀਆਂ ਜਿਹੜੀਆਂ ਬੰਦੇ ਨੂੰ ਨੌਨ ਸੈਂਸ ਲੱਗਦੀਆਂ ਨੇ, ਸੈਂਸ ਹੀ ਨਹੀਂ ਕਰਦੀਆਂ ਕੁਛ। ਜਿਵੇਂ ਕਿਹਾ ਗਿਆ ਜਿਹੜਾ ਅਰਥਕੁਏਕ ਆ ਇਹ ਕਿਉਂ ਆ ਰਿਹਾ? ਕਿਉਂਕਿ ਜਿਹੜੀ ਧਰਤੀ ਹੈ ਇੱਕ ਆਕਸਨ ਨੇ, ਬੋਲਦ ਨੇ ਆਪਣੇ ਹੌਰਨ ਤੇ ਆਪਣੇ ਜਿਹੜਾ ਹੈਗਾ ਸਿੰਘ ਦੇ ਉੱਤੇ ਚੱਕੀ ਐਵੇਂ, ਉਹ ਥੱਕ ਜਾਂਦਾ ਤੇ ਉਹ ਚੇਂਜ ਕਰਦਾ ਤੇ ਉਹਦੇ ਨਾਲ ਜਿਹੜਾ ਅਰਥਕੁਏਕ ਹੋ ਜਾਂਦਾ ਹੈਗਾ। ਹੁਣ ਆਹ ਜਿਹੜਾ ਆਈਡੀਆ ਆ ਤੁਸੀਂ ਅੱਜ ਦੀ ਦੁਨੀਆ ਵਿੱਚ ਦੇਖੋ ਕਿੱਥੇ ਐਗਜ਼ਿਸਟ ਕਰੇਗਾ? ਮਤਲਬ ਟੋਟਲੀ ਸਮਥਿੰਗ ਇਜ਼ ਨੋਟ ਮੇਕਿੰਗ ਸੈਂਸ ਐਟ ਆਲ। ਬਾਬਾ ਨਾਨਕ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ, ਉਹ ਇਹ ਕੀ ਕਰ ਰਹੇ ਹੋ? ਸ਼ਬਦ ਦੇਖੋ, ਧੌਲ ਧਰਮ। ਜਿਹੜਾ ਧੌਲ ਕਹਿੰਦੇ ਨੇ ਆਕਸਨ ਬਲਦ ਨੂੰ ਜਿਹੜਾ ਹੈਗਾ ਬੈਲ, ਉਹ ਕੋਈ ਜਿਹੜਾ ਆਕਸਿਆ ਕੋਈ ਹੋਰ ਨਹੀਂ ਗਾ, ਉਹ ਐਕਚੁਅਲੀ ਧਰਮ ਆ। ਤੇ ਇਹ ਧਰਮ ਕਮਾਉਣਾ ਕਿਵੇਂ, ਬਣਨਾ ਕਿਵੇਂ, ਆਪਣਾ ਧਰਮ ਦੇ ਵਿੱਚ ਜਾਣਾ ਕਿਵੇਂ, ਉਹਦੀ ਗੱਲ ਸੁਣੋ। ਧੌਲ ਧਰਮ, ਉਹ ਜਿਹੜਾ ਧਰਮ ਰੂਪੀ ਧੌਲ ਆ ਨਾ, ਦਇਆ ਕਾ ਪੂਤ, ਕੰਪੈਸ਼ਨ ਦੇ ਗਰਾਊਂਡ ਤੇ ਖੜੇ ਹੋ ਕੇ ਤੁਹਾਨੂੰ ਮਿਲੇਗਾ ਉਹ। ਜਿੰਨੀ ਦੇਰ ਤੱਕ ਤੁਹਾਡੇ ਅੰਦਰ ਦਇਆ ਨਹੀਂ ਗੀ, ਜਿਹੜੀ ਖਾਸ ਕਰਕੇ ਬੰਦਾ ਜਿੰਨੀ ਦੇਰ ਤੱਕ ਕਿਸੇ ਦੇ ਦਰਦ ਨੂੰ, ਕਿਸੇ ਦੀ ਵੇਦਨ ਨੂੰ, ਕਿਸੇ ਦੀ ਪੀੜਾ ਨੂੰ, ਆਪ ਦੇਖੋਗੇ ਜਿਵੇਂ ਅਸੀਂ ਦੇਖਦੇ ਹੈਗੇ ਆ ਮੈਡੀਕਲ ਮਾਡਲ ਹੀ ਦੇਖੋ ਅੱਜ ਦਾ, ਜਿਹੜਾ ਜੇ ਇਹਦੇ 'ਚੋਂ ਅਸੀਂ ਪ੍ਰੋਫਿਟ ਅਰਨਿੰਗ ਦੇ ਨਾਲ ਜਾਂ ਇੱਕ ਬਿਜ਼ਨਸ ਮਾਡਲ ਦੇ ਤੌਰ 'ਤੇ ਨੂੰ ਦੇਖਾਂਗੇ ਤੇ ਹਕੀਕਤ ਇਹ ਹੈ, ਬਿਮਾਰੀ ਨੂੰ ਬਿਜ਼ਨਸ ਮਾਡਲ ਦੇ ਤੌਰ 'ਤੇ ਤੁਸੀਂ ਜੇ ਕਿਤੇ ਸਮਝ ਲਵੋ, ਤੁਸੀਂ ਲੋਕਾਂ ਦੀ ਸਿਹਤ ਨਾਲ ਪਲੇ ਕਰੋਗੇ, ਤੁਸੀਂ ਸਭ ਚੀਜ਼ਾਂ ਨਾਲ ਪਲੇ ਕਰੋਗੇ। ਅੱਜ ਇਹ ਵੱਡੇ ਲੈਵਲ 'ਤੇ ਤੁਹਾਡੇ ਸਾਹਮਣੇ ਨਜ਼ਰ ਪੈ ਰਿਹਾ ਹੈਗਾ। ਕੰਪੈਸ਼ਨ ਕਿੱਧਰ ਗਿਆ ਫਿਰ? ਮੈਂ ਬੀਤੇ ਕੱਲ੍ਹ ਹੀ ਸੁਣ ਰਿਹਾ ਸੀਗਾ ਕਿ ਅਜੇ ਤੱਕ ਵੈਕਸੀਨ ਕਿਉਂ ਨਹੀਂ ਆ ਰਹੀ, ਅਤੇ ਉਹ CBC ਦੇ ਉੱਤੇ ਬੜੇ ਜਿਹੜੇ ਬਹੁਤ ਸਕਾਲਰ ਲੋਕ ਨੇ ਉਹ ਕਹਿੰਦੇ ਸੀ ਦਾ ਰੀਜ਼ਨ ਹੈ ਬੜਾ ਵੱਡਾ। ਸਾਰਸ ਬਾਰੇ ਮੈਡੀਸਿਨ ਆਈ, ਵਕਤੀ ਤੌਰ 'ਤੇ ਯੂਜ਼ ਹੋਈ, ਉਸ ਤੋਂ ਬਾਅਦ ਉਹ ਸਾਰੀਆਂ ਜਿਹੜੀਆਂ ਉਹ ਮਤਲਬ ਵੈਕਸੀਨਸ ਹੈਗੀਆਂ ਨੇ ਉਹ ਫਰਿੱਜਾਂ ਵਿੱਚ ਪਈਆਂ ਨੇ, ਦੇयर ਇਜ਼ ਨੋ ਯੂਜ਼। ਜਿਹੜੇ ਵੱਡੇ ਖਾਸ ਕਰਕੇ ਸਟੇਕ ਹੋਲਡਰਸ ਨੇ ਜਾਂ ਬਿਗ ਪਲੇਅਰਸ ਨੇ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ, ਉਹ ਕਹਿੰਦੇ ਕਿਉਂ ਬੋਦਰ ਕੀਤਾ ਜਾਏ, ਕਾਹਦੇ ਲਈ ਆਪਣੀ ਐਨਰਜੀ ਵੇਸਟ ਕੀਤੀ ਜਾਏ? ਕਿਉਂਕਿ ਜੇ ਇੱਕ ਵਾਰ ਯੂਜ਼ ਵੀ ਹੋਇਆ ਤੇ ਇੱਕ ਵਾਰ ਯੂਜ਼ ਹੋ ਕੇ ਮੁੜ ਕੇ ਲੌਂਗ ਰਨ ਦੇ ਵਿੱਚ ਤਾਂ ਕੋਈ ਬੈਨੀਫਿਟ ਹੈ ਨਹੀਂ ਗਾ ਇਹਦੇ ਅੰਦਰ। ਮਤਲਬ ਕਿਸੇ ਦਾ ਕਰੋਨਾ ਵਾਇਰਸ ਦੇ ਨਾਲ ਕਿਸੇ ਦਾ ਫੈਮਿਲੀ ਮੈਂਬਰ ਚਲਾ ਗਿਆ, ਕਿਸੇ ਦੀ ਫੈਮਿਲੀ ਖਤਮ ਹੋ ਗਈ, ਕਿਸੇ ਦੀ ਲਾਈਫ ਜਿਹੜੀ ਹੈਗੀ ਟੋਟਲੀ ਡਿਸਟਰਬ ਹੋ ਗਈ, ਇਹ ਸਾਰੀਆਂ ਚੀਜ਼ਾਂ ਨੂੰ ਕੌਣ ਸੋਚੇਗਾ? ਕਿਉਂਕਿ ਜੇ ਬੰਦਾ ਸਿਰਫ ਲਾਲਚ ਤੇ ਖੜਾ ਆ ਤਾਂ ਇਹ ਮਾਇਆ ਆ। ਇਹ ਹੈ ਉਹ ਸੋਚ ਜਿਹੜੀ ਬੰਦੇ ਨੂੰ ਬੰਦੇ ਦੇ ਲੈਵਲ ਤੋਂ ਥੱਲੇ ਲੈ ਆਉਂਦੀ ਹੈ। ਗੁਰੂ ਬਾਬਾ ਜੀ ਨੇ ਕਿਹਾ ਇਹਦੇ ਬਿਲਕੁਲ ਆਪੋਜ਼ਿਟ ਤੈਨੂੰ ਚੀਜ਼ ਚਾਹੀਦੀ ਹੈ, ਕੰਪੈਸ਼ਨ, ਤਰਸ, ਦਇਆ। ਤੂੰ ਕਿਸੇ ਦੇ ਦਰਦ, ਪੀੜਾ, ਵੇਦਨ ਨੂੰ ਵੇਖ ਕੇ ਸਿਰਫ ਲਾਲਚ 'ਚ ਨਾ ਜਾਏ।
बल्कि तू ह्यूमन होने का सबूत है उत्थे। ये धर्म है, धौल धर्म दया का भूत। महाराज ठीक है, ਇਹਦੀ पैदाइश का कोई होर रूल भी है ਇਹਦੇ ਨਾਲ। सब कहते हैं एक नैक्सट कंडीशन 4 फुलफिल करनी बनेगी। वो की है? संतोख थाप रखिया जिन सूत। संतोख का मतलब होंदा कंटेंटमेंट। सूत आप शायद वाकफियत रखते हो, जिवें साडे कैनेडियन या इट्स नॉर्थ अमेरिकन कल्चर दे विच जिहड़ी कंस्ट्रक्शन होंदी है ये थोड़ी डिफरेंट है साडे एशियन या इंडियन मॉडल नालों। इत्थे तुसीं जदों उन्हां नूं ब्रिक लगाउंदे देखते हो, खास करके जदों ब्रिक की कंस्ट्रक्शन करते हैं, जदों नूं पांडुलम करते हैं, जदों नूं लैवल करते हैं, तो सीधा इस तरीके रख के कल्ले कल्ले एरिए में एवें करके करते हैं लोहे दे नाल। मैं देखिया उन्होंने एक लोहे का मैजरमेंट होंदा उन्हां कोल वड्डा सारा। साडे उत्थे एवें नहीं होंदा। साडे उत्थे होंदा है कि जिवें 10 या 15 फुट की वॉल बनाउणी है तो उहदे 2 हिस्से पहलां पांडुलम कीते जांदे ने, एवें करके उन्हां नूं लैवल कर लिया जांदा है। लैवल करके फिर उन्हां दोनां दे विच 2 नीडल लातियां जांदियां ने इस तरीके नाल मेखां, तो उन्हां 2 मेखां दे नाल जिहड़ा हैगा नेल्स दे नाल एक लम्मा धागा बनता जाता है, लाइक ए एक्चुअली जिहड़ा बड़ा बरीक जिहा थ्रैड होंदा आ, तो उसनूं सूत कहा जाता है, सूतर। फिर उहदे नाल नाल जिहड़ा मिस्त्री है वो इट्टां रखदा इस तरीके दे नाल, जिहड़ा कारीगर हैगा आ। जदों वो जिहड़ा समिथ है इस तरीके नाल इट्टां रख रहा हुंदा आ अगे पिछे कर करके, तो वह हाथ च उन्हें जिवें हुंदी एक्चुअली हैमर हुंदा आ, तेसा फड़िया हुंदा हाथ के अंदर। जिहड़ी इट उस सूत तो उस थ्रैड तो अगे हुंदी है उन्होंने पिछे कर देना, जिहड़ी पिछे हुंदी उन्होंने अगे करना है बराबर। सब जिक्र करते संतोख थाप रखिया जिन सूत। अपनी जिंदगी नूं संतोख कंटेंटमेंट के सूत्र के मुताबिक सूत कर। ना तो संसार बिल्कुल छड्ड के भजना आ, बंदा अपनियां लोड़ां भी ना कमा सके, तो ना इतना ज़्यादा गलतान हो जाना है कि सिर्फ जिहड़ी जिंदगी है ये पैसा सरमाया दौलत इकट्ठियां करदियां बतीत हो जाए ना। बैलेंस्ड अप्रोच। ਇਹਦੇ ਵਿੱਚ पैसा कमा सरमाया कमा एथिकली बैंकरप्ट ना होए, स्पिरिचुअली अपने आप नूं किते जिहड़ा हैगा अपने लोअर लैवल ते न लै आई। आ जिहड़ियां चीज़ां ने ये धर्म आ, ये गुरु बाबा जी ने सिखाया। संसार विच रहना आ, कमाना आ, खाना आ, बनाना आ, पर नाल दी नाल एज ए ह्यूमन अपनी जिहड़ी रियल सोल आ, रियल जिहड़ी साडी अंदर दी जिहड़ा रियल एसेंस है साडा, उहनूं असीं मरन नहीं देना। जदों बंदा उस लैवल ते रहेगा फिर धर्मी होएगा। गुरु बाबा जी कहिंदे भी इहदे च फिर हर्डल की है? वट इज़ द हर्डल? एक्चुअली गो टूवर्ड दिस साइड। द मेन हर्डल इज़ हेयर। महाराज नहीं बयान करते हैं माया ममता मोहनी। जिहड़ी माया आ, जदों किते इहो जिहा मौका बनता है, कंडीशन बनती है जिथे असी अनएथिकल कर सकीए, जिथे असी कोई जिहड़ा हैगा नॉन प्रिंसीपल एक्सरसाइज करके तो कुछ एक्सट्रा अपने आप नूं परख दे लईए, कुछ इहो जिहा बैनीफिट लै लईए। जदों वो चीज़ आउंदी है उहदी फिर ममता आ जाती है। भाव वो चंगा लगता है, बंदे नूं लगदा कि ये तो मौका बनिया, मैं मूर्ख होवांगा जे मौका छड्ड देवांगा इस तरीके दे नाल। ये जिहड़ी अलामत आ, इहदे तो बचना बड़ा औखा है। माया ममता मोहनी ते इतनी जबरदस्त आ जिन विण दंता जंग खाया। मतलब कोई चीज़ तुहानूं अपने कलावे विच लै रही है, अपने ग्रिप विच लै रही है, उहदा थोड़ा बहुता तुहानूं महसूस होएगा भी आम एक्चुअली जस्ट गेटिंग ट्रैप्ड समहाउ, बट इहदा ट्रैप इतना जबरदस्त आ पता भी नहीं लगता। बंदा अपने आप उहदे शिकार होई जांदा ते वो इतनी आराम नाल जांदा, इतना नैचुरली हुंदा आ। इसलिए ये सारियां चीज़ां जिहड़ियां वार वार पढ़नियां पैंदियां ने, वार वार समझनियां पैंदियां ने, संगत करनी पैंदी है ताकि उस ट्रैप नूं वेख सकां, विजनरी हो सकां। सियाणे लोग कहिंदे ने रोशनी वेखण वास्ते अखां चाहीदियां ने, मगर हनेरा वेखण वास्ते भी अखां चाहीदियां ने। जे बंदे ने अखां ने, जे उहदे कोल विजन हैगा आ, वो तां ही देख पाएगा आ ठीक है कि आ गलत है। सो उस लैवल ते अवेयर हो जाए बंदा। गुरु अमरदास साहब कहिंदे ये समझ माया ममता मोहनी जिन विण दंतां जग खाया। जदों इस तरीके नाल विण दंतां जग खाया, संसार खा लिया, संसार सारा इस पासे नूं चला गया, फिर बंदा कई बारी कहिंदा होपलैस हो जाता है भी दैट इज़ एक्चुअली ह्यूमन नेचर।
So no one is exceptional over here. We can all actually get trapped in that. Next line 'ਚ ਬਾਬਾ ਜੀ ਕਹਿੰਦੇ ਨਹੀਂ, ਮਨਮੁਖ ਖਾਦੇ ਗੁਰਮੁਖ ਉਭਰੇ। ਜਿਹੜੇ ਮਨ ਦੇ ਮੁਰੀਦ ਨੇ, ਮਨ ਦੇ ਮੁਰੀਦ ਜਿਹੜੀ ਸਾਡਾ ਜਿਹੜਾ ਮਾਈਂਡ ਸੈੱਟ ਆ, ਜਿਵੇਂ ਜਿਵੇਂ ਅਸੀਂ ਸੰਸਾਰ ਵਿੱਚ ਜੀਨੇ ਆ, ਮਾਈਂਡ ਸੈੱਟ ਕਿਵੇਂ ਬਣਦਾ ਤੁਰਿਆ ਲੱਗਾ ਜਾਂਦਾ ਸਾਡਾ। ਜਿਵੇਂ ਸਪੋਜ਼ ਇੱਕ ਬੱਚਾ ਆਇਆ ਆਪਣੇ ਘਰ ਵਿੱਚ ਖੇਡਦਾ ਆ ਆਪਣੇ ਸਿਬਲਿੰਗਸ ਦੇ ਨਾਲ, ਅਤੇ ਰਿਬੈਲਰੀ ਆਉਂਦੀ ਹੈਗੀ ਏ, ਥੋੜ੍ਹਾ ਬਹੁਤਾ ਆਪਸ ਵਿੱਚ ਕੌਨਫਲਿਕਟ ਕ੍ਰੀਏਟ ਹੁੰਦਾ ਆ, ਕਨਫਰਸਟ੍ਰੇਸ਼ਨ ਹੁੰਦੀ ਹੈ। ਫਿਰ ਆਪਣੇ ਆਪ ਤੁਸੀਂ ਦੇਖਦੇ ਹੋ ਚਲਾਕੀ ਆਉਣੀ ਸ਼ੁਰੂ ਹੋ ਗਈ, ਬੱਚਾ ਜਿਹੜਾ ਕਲੈਵਰ ਬਿਹੇਵੀਅਰ ਲੈ ਆਇਆ। ਹੌਲੀ ਹੌਲੀ ਤੁਸੀਂ ਦੇਖਦੇ ਹੋ ਝੂਠ ਵੀ ਬੋਲਣ ਲੱਗ ਗਿਆ ਥੋੜ੍ਹਾ ਬਹੁਤਾ। ਹੌਲੀ ਹੌਲੀ ਦੇਖਿਆ ਦੂਸਰੇ ਨੂੰ ਮਤਲਬ ਤੰਗ ਕਰਕੇ, ਖਜਾ ਕੇ, ਉਹਨੂੰ ਦੁੱਖ ਦੇ ਕੇ ਸੋਹੀ ਹੋਣ ਲੱਗ ਗਿਆ। ਇਹ ਚੀਜ਼ ਆਪਣੇ ਆਪ ਆ ਰਹੀ। ਇਹ ਹੈ ਜਿਹੜਾ ਹਿਊਮਨ ਮਾਈਂਡ ਸੈੱਟ ਆ, ਮਨ ਦੀ ਦੁਨੀਆ ਆ ਜਿਹੜੀ। ਇਹ ਮਨ ਦਾ ਮੁਰੀਦ ਜਦੋਂ ਇਸ ਕਿਸਮ ਦੇ ਨਾਲ ਬੰਦਾ ਲਗਾਤਾਰ ਆਪਣੇ ਆਪ ਇਹੋ ਜਿਹੀ ਦੁਨੀਆ ਦੇ ਵਿੱਚ ਜਾਂਦਾ ਰਹੇਗਾ ਤੇ ਉਹਨੂੰ ਕਾਊਂਟਰ ਨਹੀਂ ਕਰੇਗਾ, ਮਨਮੁਖ ਬਣ ਜਾਏਗਾ। ਇਹ ਜਿਹੜੀ ਟੈਂਡੈਂਸੀ ਹੈ, ਇਹਦੇ ਜਾਂਦਿਆਂ ਜਾਂਦਿਆਂ ਬੰਦਾ ਮਤਲਬ ਸੱਚ ਤੋਂ ਦੂਰ ਚਲਾ ਗਿਆ। ਸਭ ਕਹਿੰਦੇ ਮਨਮੁਖ ਖਾਦੇ, ਜਿਹੜੇ ਬਿਲਕੁਲ ਮਨ ਦੇ ਮੁਰੀਦ, ਜੋ ਮਨ ਆਇਆ, ਜੋ ਆਲੇ ਦੁਆਲੇ ਜਿਹੋ ਜਿਹਾ ਚੰਗਾ ਲੱਗਾ, ਜਿਸ ਤਰੀਕੇ ਦੇ ਨਾਲ ਲੱਗਾ ਕਿ ਹਾਂ ਇਹ ਮੇਰੇ ਬੈਨੀਫਿਟ ਵਾਸਤੇ ਹੈ, ਉਹੀ ਐਕਸਰਸਾਈਜ਼ ਕਰਨਾ ਸ਼ੁਰੂ ਕਰ ਦਿੱਤੀ ਸਾਰੇ ਦੀ ਸਾਰੀ। ਉਹ ਖਾਧਾ ਗਿਆ, ਉਹ ਨਿਗਲਿਆ ਗਿਆ। ਜਿਹਦਾ ਮਨ ਕਹਿੰਦਾ ਹੈ ਕਿ ਯੈਸ ਆਹ ਚੀਜ਼ ਮੈਂ ਕਰ ਲਵਾਂ, ਪਰ ਐਟ ਦਾ ਸੇਮ ਟਾਈਮ ਇੱਕ ਯੂਨੀਵਰਸਲ ਆਈਡੀਓਲੋਜੀ, ਇੱਕ ਯੂਨੀਵਰਸਲ ਜਿਹੜਾ ਸਕੂਲ ਆਫ ਥਾਟ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹੋ ਜਿਹੀ ਰਚਨਾ ਜਿਹੜੀ ਹੈ, ਜਿਹੜੀ ਬੰਦੇ ਨੂੰ ਕਹਿੰਦੀ ਹੈ ਕਿ ਸ਼ੀਸ਼ਾ ਵੇਖ, ਆਪਣੇ ਆਪ ਨੂੰ ਇਹਦੇ ਨਾਲ ਕੰਪੇਅਰ ਕਰਕੇ ਦੇਖ। ਮਨ ਲੋਚੈ ਬੁਰਿਆਈਆਂ, ਮਨ ਬੁਰਾ ਲੋਚਦਾ ਆ। ਆਪ ਆਈਡੀਆ ਲਾਓ ਮਨ ਦੀ ਹਾਲਤ ਕੀ ਹੈ। ਤੁਹਾਡਾ ਕੋਈ ਬੜਾ ਦੋਸਤ ਆ, ਸੱਜਣ ਆ, ਅਤੇ ਜਿਹਨੂੰ ਅਸੀਂ ਈਰਖਾ ਕਹਿ ਦਿੰਦੇ ਹਾਂ, ਜਿਹੜੀ ਜੈਲਸੀ ਹੈ, ਇਤਨੀ ਬਰੀਕ ਹੁੰਦੀ ਹੈ, ਬੰਦੇ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਉਹਦਾ ਵਿਕਟਮ ਬਣ ਗਿਆ। ਉਹ ਫਰੈਂਡ ਆ ਕੇ ਤੁਹਾਨੂੰ ਕਹਿੰਦਾ ਮੈਂ ਆਹ ਚੀਜ਼ ਅਚੀਵ ਕਰ ਲਈ ਹੈ, ਮੈਨੂੰ ਆਹ ਚੀਜ਼ ਪ੍ਰਾਪਤ ਹੋ ਗਈ ਹੈ। ਇੱਕਦਮ ਮਨ ਦੀ ਦੁਨੀਆ ਦੇ ਵਿੱਚ ਖੁਸ਼ੀ ਦੀ ਬਜਾਏ ਈਰਖਾ ਆਉਂਦੀ ਹੈ, ਹੱਦ ਹੋ ਗਈ, ਮੇਰੇ ਤੋਂ ਅੱਗੇ ਲੰਘ ਗਿਆ ਹੈ, ਕਮਾਲ ਹੋ ਗਈ। ਬਾਹਰੋਂ ਸਮਾਈਲ ਕਰ ਰਿਹਾ ਬੰਦਾ, ਹੋ ਕੰਗ੍ਰੈਚੁਲੇਸ਼ਨ, ਸੋ ਨਾਈਸ, ਸੁਪਰ ਨਿਊਜ਼। ਅੰਦਰ ਇੱਕਦਮ ਅੰਦਰ ਲੱਗ ਰਿਹਾ ਵੀ ਹੱਦ ਹੋ ਗਈ, ਆਹ ਤਾਂ ਨਹੀਂ ਸੀ ਹੋਣਾ ਚਾਹੀਦਾ, ਦੈਟਸ ਨਾਟ ਗੁੱਡ। ਅਲਟੀਮੇਟਲੀ ਇਹਦਾ ਤਾਂ ਬਲਕਿ ਇਹ ਤਾਂ ਥੱਲੇ ਹੀ ਰਹਿੰਦਾ ਠੀਕ ਸੀਗਾ। ਹੁਣ ਆਹ ਜਿਹੜੀ ਹਾਲਤ ਹੈ, ਇਹ ਮਨ ਵਿੱਚੋਂ ਆ ਰਹੀ ਹੈ, ਮਨਮੁਖ ਖਾਦੇ। ਜੇ ਬੰਦਾ ਇਸ ਨੂੰ ਆਪਣੇ ਅੰਦਰ ਲਗਾਤਾਰ ਪਨਪਣ ਦੇਗਾ, ਇਹਦੇ ਚਲਾ ਜਾਏਗਾ, ਖਾਧਾ ਜਾਏਗਾ, ਖੋਖਲਾ ਹੋ ਜਾਏਗਾ। ਤੇ ਚੇਤੇ ਰੱਖਿਆ ਜੇ, ਜੋ ਕੁਝ ਅੰਦਰ ਆ ਇਹ ਲੰਬਾ ਸਮਾਂ ਤੁਸੀਂ ਹੋਲਡ ਨਹੀਂ ਕਰ ਸਕਦੇ, ਇਹ ਕਿਤੇ ਨਾ ਕਿਤੇ ਬਾਹਰ ਆਏਗਾ। ਉਹ ਭਾਵੇਂ ਤੁਹਾਡੇ ਵਰਡਸ ਵਿੱਚ ਆਏ, ਭਾਵੇਂ ਤੁਹਾਡੇ ਐਕਸ਼ਨਸ ਵਿੱਚ ਆਏ, ਇਟ ਵਿਲ ਕਮ ਆਊਟ। ਉਸ ਤੋਂ ਫਿਰ ਸਫਰਿੰਗ ਇਹੀ ਹੁੰਦੀ ਹੈ ਸੰਸਾਰ ਦੇ ਵਿੱਚ। ਜਦੋਂ ਬੰਦਾ ਇਸ ਤਰੀਕੇ ਨਾਲ ਡੂਅਲ ਪਰਸਨੈਲਿਟੀ ਲੈ ਕੇ ਤੁਰਿਆ ਫਿਰਦਾ, ਇੱਕ ਦਿਨ ਕੀ ਹੁੰਦਾ, ਉਹ ਜਿਹੜੀ ਬਾਹਰਲੀ ਮੋਖਟਾ ਆ, ਜਿਹੜਾ ਲੇਅਰ ਆ, ਉਹ ਟੁੱਟ ਜਾਂਦੀ ਹੈ। ਉਹ ਪਤਾ ਲੱਗ ਜਾਂਦਾ, ਉਹ ਇਹ ਤਾਂ ਇਸ ਤਰੀਕੇ ਦਾ ਆ। ਫਿਰ ਸਾਰੀ ਗੜਬੜ। ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰੂ ਵੱਲ ਧਿਆਨ ਕਰਦਾ, ਜਿਹੜਾ ਰਿਐਲਿਟੀ ਨੂੰ ਸਮਝਦਾ ਕਿ ਈਵਨ ਦੋ ਇਟਸ ਇਨਸਾਈਡ ਮੀ, ਬਟ I should not have that, because later or sooner it's gonna ruin my real self. ਮੈਂ ਇਹਨੂੰ ਆਪਣੇ ਅੰਦਰ ਪਨਪਨ ਨਹੀਂ ਦੇਵਾਂਗਾ, ਮੈਂ ਇਹਨੂੰ ਆਪਣੇ ਅੰਦਰ ਇਹਨੂੰ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਪਲਣ ਨਹੀਂ ਦੇਵਾਂਗਾ। ਮੈਂ ਆਈ ਕੈਨ ਨੋਟ ਅਲਾਉ ਟੂ ਗਰੋ ਇਟ ਇਨਸਾਈਡ ਮੀ। ਮਨਮੁਖ ਖਾਦੇ ਗੁਰਮੁਖ ਉਭਰੇ, ਗੁਰੂ ਦੇ ਅਨੁਸਾਰ ਚੱਲਣ ਵਾਲਾ ਉਭਰ ਗਿਆ। ਉਹਨੇ ਕਿਹਾ ਮੈਂ ਇਹਨੂੰ ਨਹੀਂ ਹੋਣ ਨਹੀਂ ਦੇਣਾ। ਜਿਵੇਂ ਸਪੋਜ਼ ਸਿੰਪਲ ਹੀ ਕਰ ਲਵਾਂ ਮੈਂ ਕਿ ਤੁਹਾਡਾ ਇਹਨਾਂ ਦਿਨਾਂ 'ਚ ਅਸੀਂ ਦੇਖਦੇ ਹਾਂ ਸਾਡਾ ਵਾਰਮ ਵੈਦਰ ਹੁੰਦਾ ਆ, ਤੁਹਾਡੇ ਬੈਕ ਯਾਰਡ 'ਤੇ ਜਾਂ ਫਰੰਟ ਯਾਰਡ ਦੇ ਉੱਤੇ ਤੁਸੀਂ ਗਰਾਸ ਜਿਹੜਾ ਹੈਗਾ ਉਹ ਗਰੋ ਕਰਦੇ ਹੋ, ਘਾਹ ਲਗਾਇਆ ਹੈਗਾ, ਅਤੇ ਉਸ ਘਾਹ ਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਬੜੇ ਤੁਹਾਨੂੰ ਲੱਗਦਾ ਕਿ ਬੜੇ ਪੈਸਟਸ ਹੋਏ ਨੇ, ਭਾਵ ਡੈਂਡਲਿਨ ਆ ਹੋਰ ਡਿਫਰੈਂਟ ਕਿਸਮ ਦੇ ਘਾਹ ਬੂਟੇ ਉੱਗੇ ਨੇ। ਉਹ ਹੋਰ ਤਾਂ ਕੁਛ ਨਹੀਂ, ਗ੍ਰੀਨ 'ਤੇ ਲੱਗਦੇ ਨੇ, ਦੇ ਹੈਵ ਸਮ ਕਾਈਂਡ ਆਫ ਗ੍ਰੀਨਰੀ ਇਨ ਦੈਟ। ਅਤੇ ਤੁਸੀਂ ਕਹੋ ਕਿ ਚਲੋ ਕੋਈ ਗੱਲ ਨਹੀਂ, ਕੀ ਫਰਕ ਪੈਂਦਾ ਆ, ਥੋੜ੍ਹਾ ਗ੍ਰੀਨਰੀ ਤਾਂ ਹੈਗੀ ਹੈ ਨਾ, ਮਤਲਬ ਉਸ ਤਰੀਕੇ ਨਾਲ ਠੀਕ ਹੈ। ਤੁਸੀਂ ਤਾਂ ਗ੍ਰੀਨਰੀ ਦੇ ਲਾਲਚ ਕਰਕੇ ਬੈਠੇ ਹੋ, ਥੋੜ੍ਹੇ ਦਿਨਾਂ ਬਾਅਦ ਕੀ ਪਤਾ ਲੱਗੇਗਾ ਜਿਹੜਾ ਘਾਹ ਸੀਗਾ ਚੰਗਾ, ਜਿਹੜਾ ਵਾਕਿਆ 'ਚ ਘਾਹ ਰੀਅਲ ਗਰਾਸ ਸੀਗਾ, ਉਸ ਸਾਰੇ ਸਪੇਸ ਨੂੰ
ਜਿਹੜਾ ਪੈਸਟ ਸੀਗੇ ਸਾਰਾ ਓਵਰਟੇਕ ਕਰ ਗਏ ਨੇ। ਹੁਣ ਕੀ ਹੈ, ਥੋੜੇ ਸਮੇਂ ਲਈ ਤੇ ਉਹ ਗ੍ਰੀਨ ਲੱਗਾ, ਉਸ ਤੋਂ ਬਾਅਦ ਉਹਨੂੰ ਫਿਰ ਯੈਲੋਇਸ਼ 'ਚ ਫੁੱਲ ਖਿੜ ਗਏ। ਹੁਣ ਸਾਰਾ ਵਾਈਟ ਜਿਹੜਾ ਹੈਗਾ ਇੱਕ ਤਰ੍ਹਾਂ ਦੇ ਨਾਲ ਜਿਵੇਂ ਕੋਟਨ ਹੁੰਦਾ ਇਸ ਤਰੀਕੇ ਦੇ ਨਾਲ ਸਾਰਾ ਫੈਲ ਰਿਹਾ ਹੈਗਾ, ਤੇ ਉਹ ਸਾਰਾ ਫਿਰ ਬੜਾ ਬੁਰਾ ਲੱਗਦਾ। ਓ ਮਾਈ ਗॉश, ਇਹ ਤਾਂ ਸਾਰਾ ਹੀ ਰੂੰਡ ਹੋ ਗਿਆ, ਸਾਰੇ ਬੇਕਾਰ ਹੋ ਗਿਆ। ਹਾਂ ਭਾਈ, ਤੂੰ ਟਾਈਮ ਨਾਲ ਧਿਆਨ ਨਹੀਂ ਦਿੱਤਾ। ਐਗਜ਼ੈਕਟਲੀ ਸਾਡੇ ਅੰਦਰ ਦੀ ਦੁਨੀਆ ਦੇ ਵਿੱਚ ਵੀ ਹੈ। ਸਾਨੂੰ ਉਹਨਾਂ ਵਿਚਾਰਾਂ, ਉਹਨਾਂ ਖਿਆਲਾਂ, ਉਹਨਾਂ ਸੋਚਾਂ ਨੂੰ ਲਗਾਤਾਰ ਡਿਟੈਕਟ ਕਰਨਾ ਪਏਗਾ, ਲਗਾਤਾਰ ਉਹਨਾਂ ਤੇ ਕੰਮ ਕਰਨਾ ਪਏਗਾ। ਜਿਹੜਾ ਗੁਰਮੁਖ ਆ ਉਹ ਉਸ ਦੇ ਉੱਤੇ ਕੰਮ ਕਰਦਾ। ਗੁਰਮੁਖ ਉਭਰੇ, ਸੱਚ ਨਾਮ ਚਿਤ ਲਾਇਆ, ਕਿਉਂਕਿ ਉਹਨੇ ਚੇਤੇ ਰੱਖਿਆ ਸੱਚ ਵਿੱਚ ਰਹਿਣਾ ਆ, ਝੂਠ 'ਚ ਨਹੀਂ ਜਾਣਾ, ਕਦੀ ਵੀ ਝੂਠ ਦੇ ਨੇੜੇ ਨਹੀਂ ਜਾਣਾ। ਝੂਠੇ ਨੂੰ, ਕੂੜ ਨੂੰ ਕਦੀ ਵੀ ਆਪਣੇ ਅੰਦਰ ਜਿਹੜਾ ਹੈਗਾ ਜਗ੍ਹਾ ਨਹੀਂ ਦੇਣੀ। ਉਹਦੀ ਬਾਤ ਹੋ ਰਹੀ ਹੈ। ਜੇ ਬੰਦਾ ਇਹ ਕੰਮ ਨਹੀਂ ਕਰੇਗਾ, ਗੁਰੂ ਬਾਬਾ ਜੀ ਨੇ ਕਿਹਾ ਬਿਨ ਨਾਮੈ ਜਗ ਕਮਲਾ ਫਿਰੈ। ਬਿਨਾਂ ਨਾਮ ਤੋਂ, ਬਿਨਾਂ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਮੰਨਿਆ, ਬਿਨਾਂ ਇਹ ਵੇਖਿਆ ਕਿ ਮੈਨੂੰ ਅਕਾਊਂਟੇਬਲ ਕੀਤਾ ਜਾਏਗਾ ਮੇਰੀ ਹਰ ਸੋਚ ਲਈ, ਮੇਰੇ ਹਰ ਕਰਮ ਲਈ, ਮੇਰੇ ਹਰ ਐਕਸ਼ਨ ਲਈ। ਜੇ ਬੰਦਾ ਇਸ ਚੀਜ਼ ਨੂੰ ਨਹੀਂ ਸੋਚੇਗਾ, ਕਮਲਾ ਹੋ ਜਾਏਗਾ, ਪਾਗਲ ਹੋ ਜਾਏਗਾ। ਤੇ ਜਿਹੜਾ ਪਾਗਲਪਨ ਹੈ, ਵਹਿਸ਼ੀਪੁਣਾ ਆ, ਤੁਸੀਂ ਸੰਸਾਰ ਦੇ ਵਿੱਚ ਈਜ਼ੀਲੀ ਦੇਖ ਸਕਦੇ ਹੈਗੇ ਹੋ। ਅੱਜ ਦੀ ਤੇ ਪੋਲੀਟਿਕਸ ਨੂੰ ਲੋਕੀ ਕਹਿੰਦੇ ਨੇ, ਮੋਸਟਲੀ ਐਕਚੁਅਲੀ ਪੀਪਲ ਹੂ ਆਰ ਪਲੇਇੰਗ ਇਨ ਪੋਲੀਟਿਕਸ ਦੇ ਆਰ ਮੈਡ। ਮੈਡਨੈਸ ਫੈਲ ਰਹੀ ਹੈ ਚਾਰ ਚੁਫੇਰੇ। ਤੇ ਲਿਟਰਲੀ ਤੌਰ ਤੇ ਤੁਸੀਂ ਦੇਖੋ ਕੀ ਲੈਵਲ ਆ ਗਿਆ ਆ। ਫਿਰ ਇਕੱਲਾ ਉੱਥੇ ਹੀ ਨਹੀਂ, ਹਰ ਜਗ੍ਹਾ ਦੇ ਤੁਸੀਂ ਦੇਖੋਗੇ ਕਮਲਾਪਨ ਨਜ਼ਰ ਪੈ ਰਿਹਾ। ਫਿਰ ਇਸੇ ਚੀਜ਼ ਨੂੰ ਤੁਸੀਂ ਵੱਡੇ ਲੈਵਲ ਤੋਂ ਲੈ ਕੇ ਛੋਟੇ ਲੈਵਲ ਤੇ ਘਰਾਂ ਥਾਵਾਂ ਤੇ ਲੈ ਆਓ। Even individuals, if we actually pay attention to what inside, whatever we are holding, whatever we are actually having inside, then we can see some kind of madness, misery is happening inside. And all the time we're carrying that. ਬਿਨ ਨਾਮ ਹੈ ਜਗ ਕਮਲਾ ਫਿਰੈ। ਇਹ ਕਮਲਾਪਨ ਫਿਰ ਰਿਹਾ ਹੈਗਾ। ਗੁਰੂ ਸਾਹਿਬ ਕਹਿੰਦੇ ਗੁਰਮੁਖ ਨਦਰੀ ਆਇਆ। ਪਰ ਇਹ ਵੀ ਇੱਕ ਸੱਚ ਆ ਕਿ ਇਸ ਮੈਡਨੈਸ ਨੂੰ, ਇਸ ਮਿਜ਼ਰੀ ਨੂੰ ਵੀ ਕੋਈ ਵਿਰਲਾ ਹੀ ਜਿਹੜਾ ਆ ਉਹ ਸਮਝਦਾ ਆ। ਨਹੀਂ ਤੇ ਲੋਕ ਮਤਲਬ ਸਮਝਦੇ ਹੀ ਨਹੀਂ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਆ, ਸਾਨੂੰ ਕੋਈ ਆਵਸ਼ਕਤਾ ਆ, ਸਾਨੂੰ ਇਸ ਚੀਜ਼ ਦੀ ਕਿਤੇ ਚੀਜ਼ ਚਾਹੀਦੀ ਹੈਗੀ ਹੈ। ਫਿਰ ਅਗਲਾ ਬਚਨ ਹੈ, ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ। ਧੰਦਾ ਕਰਤਿਆਂ, ਧੰਦ ਕੁੱਟਦਿਆਂ, ਮਤਲਬ ਲੋਕੀ ਕੰਮਾਂ ਕਾਰਾਂ ਦੇ 'ਚ ਲੱਗੇ ਨੇ। ਠੀਕ ਹੈ, ਕੰਮਕਾਰ ਕਰਨੇ ਬੜੇ ਜ਼ਰੂਰੀ ਨੇ। ਗੁਰਮਤਿ ਨੇ ਸਾਨੂੰ ਕਿਰਤੀ ਦਾ ਕਨਸੈਪਟ ਦਿੱਤਾ, ਪਰ ਜਿਹੜਾ ਇਹ ਕਿਰਤੀ ਹੋਣ ਦਾ ਕਨਸੈਪਟ ਹੈ, ਕੰਮਾਂ ਕਾਰਾਂ ਦਾ ਕਨਸੈਪਟ ਹੈ, ਇਹ ਕਾਹਦੇ ਵਾਸਤੇ ਹੈ? ਕੁਝ ਮਨੀ ਜਨਰੇਟ ਕਰਨ ਵਾਸਤੇ, ਕੁਝ ਰਿਸੋਰਸਿਸ ਜਨਰੇਟ ਕਰਨ ਵਾਸਤੇ, ਤੇ ਐਂਡ ਆਫ ਦਾ ਡੇ ਆਪਣੀ ਜ਼ਿੰਦਗੀ ਨੂੰ ਮਾਣਨ ਵਾਸਤੇ। ਬੰਦਾ ਇਹਨਾਂ ਦੇ 'ਚ ਇਤਨਾ ਜ਼ਿਆਦਾ ਬਿਜ਼ੀ ਹੋ ਗਿਆ ਕੰਮਾਂ ਕਾਰਾਂ ਦੇ ਵਿੱਚ ਹੀ। ਮੈਂ ਐਡਿਕਸ਼ਨ 'ਤੇ ਕੰਮ ਕਰ ਰਿਹਾ ਲੰਬੇ ਸਮੇਂ ਤੋਂ। ਅਸੀਂ ਜਿਹੜਾ ਹੈਗਾ ਅਲਕੋਹਲਿਕ ਹੋ ਗਏ ਲੋਕ, ਜਾਂ ਕਿਸੇ ਹੋਰ ਲੈਵਲ 'ਤੇ ਡਰੱਗ ਇਨਵੋਲਵਮੈਂਟ ਹੋ ਗਈ, ਕੋਈ ਚੀਜ਼ਾਂ ਹੋ ਗਈਆਂ। ਪਰ ਜਿਹੜੀ ਜਿਹਨੂੰ ਅਸੀਂ ਵਰਕੋਹਲਿਕ ਹੋਣਾ ਕਹਿੰਦੇ ਹੈਗੇ, ਪੀਪਲ ਹੂ ਆਰ ਜਸਟ ਟਰੈਪਡ ਇਨ ਲਾਈਫ ਸਟਾਈਲ, ਜਿਹਦੇ 'ਚ ਸਿਰਫ ਕੰਮ ਤੋਂ, ਸਿਰਫ ਹਰ ਵਕਤ ਆਪਣੇ ਆਪ ਨੂੰ ਕਿਤੇ ਆਕੂਪਾਈ ਰੱਖਣਾ, ਪੈਸਾ ਕਮਾਉਣ ਵਾਸਤੇ, ਆਪਣੀ ਉਹ ਸਾਰੇ ਚੀਜ਼ ਦੇ ਵਿੱਚ, ਇਹਦੇ 'ਚ ਗਲਤਾਨ ਹੋ ਗਏ। ਅਤੇ ਬਾਅਦ 'ਚ ਪਤਾ ਲੱਗਾ ਕਿ ਜਿਸ ਸਾਰੇ ਵਾਸਤੇ ਕਰ ਰਹੇ ਸੀਗੇ, ਉਹ ਭਾਵੇਂ ਆਪਣੀ ਹੈਲਥ ਆ ਉਹ ਵੀ ਚਲੀ ਗਈ, ਉਹ ਭਾਵੇਂ ਫੈਮਿਲੀ ਆ ਉਹ ਵੀ ਚਲੀ ਗਈ, ਉਹ ਭਾਵੇਂ ਆਪਣਾ ਆਲੇ ਦੁਆਲੇ ਦਾ ਸੁੱਖ ਸਕੂਨ ਸੀਗਾ ਉਹ ਵੀ ਚਲਾ ਗਿਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ। ਧੰਦ ਕੁੱਟਦਿਆਂ ਐਵੇਂ ਜੀਵਨ ਗਵਾ ਲਿਆ। ਭਾਈ ਵੀਰ ਸਿੰਘ ਦੇ ਲਿਟਰੇਚਰ 'ਚ ਇੱਕ ਐਗਜ਼ਾਮਪਲ ਹੈ, ਮੈਟਾਫੋਰਿਕ ਵੇ ਨਾਲ ਦਿੱਤੀ ਉਹਨਾਂ ਨੇ। ਆਪ ਨੂੰ ਸ਼ਾਇਦ ਪਤਾ ਹੋਏਗਾ ਕਿ ਜਦੋਂ ਅਜੇ ਸੁਸਾਇਟੀ ਸਾਰੇ ਨੂੰ ਇਵੋਲਵ ਕਰ ਰਹੀ ਸੀਗੀ, ਅਜੇ ਰਾਈਟਿੰਗਸ ਵਿੱਚ ਇਸ ਤਰੀਕੇ ਨਾਲ ਜਿਹੜਾ ਜਿਹਨੂੰ ਕਿਹਾ ਜਾਂਦਾ ਹੈਗਾ ਕਿ ਲੀਗਲ ਮਾਡਲਸ ਡਿਵੈਲਪ ਨਹੀਂ ਸੀ ਹੋਏ, ਕੌਨਸਟੀਟਿਊਸ਼ਨ ਇਨ ਰਿਟਨ ਨਹੀਂ ਸੀ ਆਏ, ਟਰਡੀਸ਼ਨ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਸੀਗੀਆਂ ਸਾਰੀਆਂ ਉਸ ਤਰੀਕੇ ਨਾਲ। ਖਾਸ ਕਰਕੇ ਭਾਰਤੀ ਖਿੱਤੇ ਦੀ ਬਾਤ ਕਰਾਂ ਮੈਂ, ਅਤੇ ਉੱਥੇ ਸੋਸ਼ਲ ਸਟਰਕਚਰ ਦੇ ਵਿੱਚ ਬੱਚੇ ਬੱਚੀਆਂ ਦੇ ਵਿਆਹ ਦੀ ਕੋਈ ਏਜ ਲਿਮਿਟ ਤਾਂ ਸੈੱਟ ਹੈ ਨਹੀਂ ਸੀਗੀ ਨਾ। ਅੱਜ ਕੱਲ੍ਹ ਤਾਂ ਲੀਗਲ ਹੋ ਗਿਆ ਵੀ 18 ਸਾਲ ਦੀ ਬੱਚੀ ਹੋਏ, 21 ਸਾਲ ਦਾ ਲੜਕਾ ਹੋਏ ਤਾਂ ਵਿਆਹ ਹੋ ਸਕਦਾ। ਇਸ ਤਰੀਕੇ ਨਾਲ ਕੋਈ ਲੀਗਲ ਟਰਮਨੋਲੋਜੀ ਸੈੱਟ ਕੀਤੀਆਂ ਗਈਆਂ। ਉਦੋਂ ਕੀ ਸੀਗਾ ਕਿ ਹੁਣ ਬੱਚੇ ਅਤੇ ਬੱਚੀ ਦਾ ਵਿਆਹ ਕਦੋਂ ਕੀਤਾ ਜਾਏ, ਉਹਦੇ ਲਈ ਕਿਹਾ ਜਾਂਦਾ ਸੀਗਾ ਬੱਚਾ ਜਿਹੜਾ ਆ ਜਦੋਂ ਲੜਕਾ ਬਰਖੁਰਦਾਰ ਹੋ ਜਾਏ, ਗਬਰੇਟ ਹੋ ਜਾਏ, ਗੱਭਰੂ ਹੋ ਜਾਏ, ਉਦੋਂ ਵਿਆਹ ਦਿਓ। ਉਹਦੇ ਖਾਸ ਕਰਕੇ ਕੁਝ ਉਹਨਾਂ ਨੇ ਦੇਖੇ ਹੁੰਦੇ ਸੀ ਵੀ ਆਹ ਚੀਜ਼ਾਂ
ਆ ਰਹੀਆਂ ਨੇ, ਠੀਕ ਹੈ ਜੀ, ਹੁਣ ਵਿਆਹ ਦੇ ਕਾਬਲ ਹੈ, ਵਿਆਹ ਦਿਓ। ਲੜਕੀ ਬਾਰੇ, ਬੱਚੀ ਬਾਰੇ ਕਿਹਾ ਜਾਂਦਾ ਸੀਗਾ ਕਿ ਹਾਂ ਹੁਣ ਇਹ ਜਿਹੜੀ ਹੈ ਬੱਚੀ ਇਹ ਧਨ ਬਣ ਗਈ ਆ, ਮਤਲਬ ਇਹ ਉਸ ਲੈਵਲ 'ਤੇ। ਉਹਦੇ ਲਈ ਮਤਲਬ ਸੁਸਾਇਟੀ ਦੇ ਵਿੱਚ ਘਰ ਵਾਲੇ ਮੈਂਬਰ, ਆਲਾ ਦੁਆਲਾ, ਉਹ ਧਿਆਨ ਰੱਖਦਾ ਸੀਗਾ ਵੀ ਬੱਚੇ ਤਾਂ ਹੁਣ ਇਸ ਏਜ ਦਾ ਪੜਾਅ ਆ ਗਿਆ। ਖਾਸ ਕਰਕੇ ਜਦੋਂ ਬੱਚੀ ਬਾਰੇ ਬਾਤ ਹੁੰਦੀ ਸੀ ਤਾਂ ਉਹਦੇ ਬਾਰੇ ਹੁੰਦਾ ਸੀਗਾ ਕਿ ਠੀਕ ਹੈ ਜੀ, ਇਹਦਾ ਪਤਾ ਕਿਵੇਂ ਲੱਗੇਗਾ। ਬੱਚੀ ਦਾ ਸਭ ਤੋਂ ਵੱਡਾ, ਤੁਸੀਂ ਸਾਰੇ ਲੋਕ ਗੀਤ ਸੁਣੋ, ਫੋਕਲੋਰ ਦੇ ਵਿੱਚ ਲੜਕੀ ਜਿਸ ਵਕਤ ਉਸ ਰੋਮਾਂਟਿਕ ਸਾਈਡ ਨੂੰ ਜਿਹੜਾ ਹੈ ਉਹ ਲਿਆ ਰਹੀ ਹੁੰਦੀ ਹੈ ਫੋਕ ਦੇ ਵਿੱਚ, ਅਤੇ ਉਦੋਂ ਇੱਕ ਚੀਜ਼ ਦਾ ਸਭ ਤੋਂ ਵੱਧ ਜ਼ਿਕਰ ਆਉਂਦਾ ਹੈ, ਚਰਖੇ ਦਾ। ਜਦੋਂ ਇਹ ਕਹਿੰਦੀ ਹੈ ਕਿ ਮੈਨੂੰ ਚਰਖਾ ਕੱਤਣਾ ਆ ਗਿਆ, ਮੈਂ ਚਰਖਾ ਦੀ ਤੰਦ ਪਾ ਲਈ, ਸ਼ੀ ਇਜ਼ ਗੈਟਿੰਗ ਦੇਅਰ। ਚਰਖਾ ਜਿਹੜਾ ਆ ਇਹ ਸਿੰਬਲ ਸੀਗਾ ਇਸ ਗੱਲ ਦਾ, ਕਿਉਂਕਿ ਚਰਖੇ ਨੂੰ ਤੁਸੀਂ ਦੇਖੋਗੇ ਕਦੇ, ਤੇ ਚਰਖਾ ਇੱਕ ਮਲਟੀ ਟਾਸਕ ਜੋਬ ਆ। ਉਹਦੇ ਵਿੱਚ ਜਿਹੜੀਆਂ ਸੌਫਟ ਮੋਟਰ ਸਕਿੱਲਸ ਨੇ, ਇੱਥੋਂ ਲੈ ਕੇ ਪੂਰੇ ਬ੍ਰੇਨ ਦੀ ਜਿਹੜੀ ਐਬਿਲਿਟੀ ਹੈ, ਇਹ ਸਾਰੀ, ਤੇ ਇਸ ਲੈਵਲ ਨਹੀਂ ਬਲਕਿ ਇੱਕ ਪੂਰੀ ਸਕਿੱਲ ਜਿਹੜੀ ਪ੍ਰੋਪਰ ਇੱਕ ਘਰ ਨੂੰ ਸਾਂਭਣ ਵਾਲੀ ਹੁੰਦੀ, ਉਹ ਸਾਰੀ ਆਉਣੀ ਚਾਹੀਦੀ ਉਹਦੇ ਵਿੱਚ। ਜਦੋਂ ਚਰਖਾ ਘੁਮਾ ਰਹੀ ਹੈ, ਇੱਕ ਪਾਸੇ ਇਸ ਤਰੀਕੇ ਨਾਲ ਉਂਗਲ ਨਾਲ ਚਰਖਾ ਘੁੰਮ ਰਿਹਾ ਹੈਗਾ, ਦੂਸਰੇ ਪਾਸੇ ਮਤਲਬ ਇੱਕ ਪਾਸੇ ਘੁੰਮ ਰਿਹਾ, ਦੂਸਰੇ ਪਾਸੇ ਉਹਦੀ ਨਜ਼ਰ ਦੇਖ ਰਹੀ ਹੈ ਵੀ ਜਿਹੜੀ ਉਹਦੇ 'ਤੇ ਜਿਹੜੀ ਖਾਸ ਕਰਕੇ ਪਟਾ ਲੀਸ਼ ਚੱਲਦੀ ਹੈ, ਧਾਗਾ ਚੱਲਦਾ, ਉਹ ਠੀਕ ਚੱਲ ਰਿਹਾ, ਡੋਰ ਚੱਲ ਰਹੀ ਹੈ। ਫਿਰ ਉਹ ਤਕਲੇ ਦੇ ਨਾਲ ਇਸ ਤਰੀਕੇ ਨਾਲ ਤੰਦ ਲਗਾਉਂਦੀ ਹੈ, ਰੂੰ ਨੂੰ ਇਸ ਤਰੀਕੇ ਨਾਲ ਲਗਾ ਕੇ ਫਿਰ ਐਵੇਂ ਖਿੱਚਦੀ ਹੈ, ਮਤਲਬ ਮਲਟੀਪਲ ਸਾਈਡ 'ਤੇ ਧਿਆਨ ਰੱਖ ਰਹੀ ਆ। ਫਿਰ ਇਸ ਤਰੀਕੇ ਨਾਲ ਖਿੱਚਦੇ ਹਾਂ, ਹੱਥ ਲਿਜਾ ਰਹੀ ਉੱਪਰ, ਨਾਲ ਦੀ ਨਾਲ ਉਹਦੀ ਉਂਗਲਾਂ ਦੇ ਵਿੱਚ ਕਿੰਨੀ ਸੈਂਸ ਆ ਵੀ ਜਿਹੜਾ ਧਾਗੇ ਨੂੰ ਵਲ ਚੜ੍ਹਨਾ ਆ, ਐਨਫ ਹੈ ਹੁਣ, ਉਹ ਠੀਕ ਹੋ ਗਿਆ। ਜਦੋਂ ਹੋ ਗਿਆ, ਉਹਨੇ ਫਿਰ ਵਾਪਸ ਲਿਆ ਕੇ ਉਹਦੇ ਉੱਤੇ ਉਹਨੂੰ ਜਿਹੜਾ ਹੈ ਤਕਲੇ ਦੇ ਉੱਤੇ ਉਹਨੂੰ ਲੇਟ ਦੇਣਾ ਹੈਗਾ, ਉਹਨੂੰ ਬਣਾਉਣ ਵਾਸਤੇ, ਜਿਹਨੂੰ ਗਲੋਟਾ ਕਹਿ ਲਓ ਜਾਂ ਪੂਣੀ ਕਹਿ ਲਓ, ਅਤੇ ਫਿਰ ਉਹ ਜਿਹੜਾ ਅੱਗੇ ਉਸ ਤਰੀਕੇ ਨਾਲ ਦੁਬਾਰਾ ਨੈਕਸਟ ਲੈਵਲ 'ਤੇ ਤੰਦ ਖਿੱਚਣੀ ਹੈਗੀ। ਅਤੇ ਬੱਚੀਆਂ ਦੇ 'ਚ ਖਾਸ ਛੋਟੇ ਹੁੰਦਿਆਂ ਹੁੰਦੀ ਸੀ ਕਿ ਜਿਵੇਂ ਮੇਰੀ ਤਾਈ, ਜਿਵੇਂ ਮੇਰੀ ਮਾਂ, ਜਿਵੇਂ ਮੇਰੀ ਭੂਆ, ਜਿਵੇਂ ਉਹ ਚਰਖਾ ਕੱਤਦੀਆਂ ਨੇ, ਮੈਂ ਜਲਦੀ ਤੋਂ ਜਲਦੀ ਉਵੇਂ ਸਿੱਖ ਲਵਾਂ। ਐਂਡ ਦੇ ਟਰਾਈਡ ਵੈਰੀ ਹਾਰਡ ਟੂ ਲਰਨ ਦੈਟ ਚਰਖਾ, ਜਿੰਨੀ ਜਲਦੀ ਹੋ ਸਕੇ। ਫਿਰ ਹੌਲੀ ਹੌਲੀ ਉਹਨਾਂ ਨੂੰ ਜਿਹੜਾ ਹੈਗਾ, ਪਹਿਲਾਂ ਮਾਵਾਂ ਚਰਖੇ ਨੂੰ ਹੱਥ ਨਹੀਂ ਲਾਉਣ ਦਿੰਦੀਆਂ ਵੀ ਟੁੱਟ ਜਾਏਗੀ, ਤੰਦ ਟੁੱਟ ਜਾਏਗੀ, ਤਕਲਾ ਖਰਾਬ ਹੋ ਜਾਏਗਾ। ਫਿਰ ਹੌਲੀ ਹੌਲੀ ਕਰਕੇ ਉਹ ਕੌਨਫੀਡੈਂਸ ਉਹਨਾਂ 'ਚ ਆਉਂਦਾ, ਫਿਰ ਉਹ ਬਲਣਾ ਸ਼ੁਰੂ ਕਰਦੀਆਂ ਅਤੇ ਉਹ ਬਣਾਉਣਾ ਸ਼ੁਰੂ ਕਰਦੀਆਂ। ਫਿਰ ਇੱਕ ਲੈਵਲ ਐਸਾ ਹੁੰਦਾ ਬੱਚੀ ਦਾ ਕਿ ਉਹ ਸਵੇਰ ਤੋਂ ਬੈਠਦੀ ਚਰਖਾ ਲੈ ਕੇ, ਬਸ ਕੱਤੀ ਜਾਂਦੀ, ਰਾਤ ਪੈਂਦੀ ਦੀਵਾ ਬਾਲ ਕੇ ਬੈਠ ਜਾਂਦੀ ਵੀ ਹੁਣ ਜਿਹੜਾ ਹੈ ਮੈਂ ਐਮ ਗੈਟਿੰਗ ਦੇਅਰ, ਉਹਦਾ ਕੌਨਫੀਡੈਂਸ ਵੱਧ ਰਿਹਾ। ਭਾਈ ਵੀਰ ਸਿੰਘ ਕਿਤੇ ਗੱਲ ਲਿਖਦੇ, ਕਹਿੰਦੇ ਫਿਰ ਕਈ ਵਾਰੀ ਬੱਚੀਆਂ ਨੂੰ ਦੱਸਣਾ ਪੈਂਦਾ, ਲਿਟਰਲੀ ਤੌਰ 'ਤੇ ਮਾਵਾਂ ਦੱਸਦੀਆਂ ਕਿ ਬੇਟਾ ਠੀਕ ਹੈ, ਚਰਖਾ ਕੱਤਣਾ ਚੰਗੀ ਗੱਲ ਹੈ, ਇਹ ਵਧੀਆ ਗੱਲ ਆ, ਪਰ ਇਹਦੇ ਨਾਲ ਇੱਕ ਚੀਜ਼ ਚੇਤੇ ਰੱਖਿਆ ਜੇ, ਚਰਖਾ ਤੇ ਤੂੰ ਦੋ ਜੇ, ਇੱਕ ਨਹੀਂ। You have to make distance between you and your work, your tasks, your actually ਜਿਹੜੀਆਂ ਤੇਰਾ ਆਹ ਸਾਰਾ ਕੁਛ ਕਰ ਰਹੀ ਹੈਗੀ ਹੈ। ਇਹ ਜਿਹੜਾ ਇਹ ਰੂਪ ਆ, ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ। ਧੰਦੇ ਕਰਨੇ ਨੇ, ਕੰਮਕਾਰ ਕਰਨੇ, ਸਭ ਚੀਜ਼ਾਂ ਕਰਨੀਆਂ ਨੇ, ਪਰ ਜਿਹੜਾ ਤੂੰ ਅਸਲ ਹਿਊਮਨ ਬੀਇੰਗ ਆ, ਉਹ ਇਹਦੇ 'ਚ ਨਾ ਗਵਾਚ ਜਾਏ, ਉਹ ਆਪਣੇ ਆਪ ਨੂੰ ਬਚਾ ਕੇ ਰੱਖੀ। ਅਦਰਵਾਈਜ਼ ਬੰਦੇ ਦੀ ਆਈਡੈਂਟਿਟੀ ਹੀ ਉਹਦਾ, ਸਪੋਜ਼ ਕਰੋ ਉਹਦਾ ਪ੍ਰੋਫੈਸ਼ਨ ਹੀ ਉਹਦੀ ਆਈਡੈਂਟਿਟੀ ਬਣ ਜਾਏ, ਉਹਦੀ ਸਕਿੱਲ, ਉਹਦਾ ਸਕਿੱਲਡ ਜਿਹੜਾ ਹੈਗਾ, ਇਹ ਲੱਗਦਾ ਤਾਂ ਚੰਗਾ ਆ, ਪਰ ਐਂਡ ਆਫ ਦਾ ਡੇ ਜ਼ਿੰਦਗੀ ਇਸ ਵਾਸਤੇ ਥੋੜ੍ਹਾ, ਪੈਦਾਇਸ਼ ਇਸ ਕਰਕੇ ਥੋੜ੍ਹਾ ਹੋਈ ਸੀ। ਆ ਜਿਹੜੀ ਖਾਸ ਕਰਕੇ ਕੁਦਰਤ ਨੇ ਇਹ ਜਿਹੜਾ ਸਰੀਰ ਅਤੇ ਜੀਵਨ ਜਿਹੜਾ ਇਵੋਲਵ ਕੀਤਾ ਸੀਗਾ ਇਸ ਤਰੀਕੇ ਦੇ ਨਾਲ, ਇਸ ਵਾਸਤੇ ਥੋੜ੍ਹਾ ਕੀਤਾ ਸੀਗਾ। ਗੁਰੂ ਬਾਬਾ ਜੀ ਕਹਿੰਦੇ ਇਹ ਮਾਇਆ ਆ, ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ। ਫਿਰ ਹੋਇਆ ਕਿ ਸੁਖ ਦਾਤਾ ਮਨ ਨਾ ਵਸਾਇਆ। ਜਿਹਨੇ ਅਸਲ ਸੁਖ ਦੇਣਾ ਸੀਗਾ, ਉਹ ਦਾਤਾ, ਉਹ ਵਾਹਿਗੁਰੂ ਜੀ, ਅਕਾਲ ਪੁਰਖ ਵਾਹਿਗੁਰੂ, ਜਿਹਦੇ ਨਾਲ ਸਾਡੀ ਸਾਂਝ ਬਣ ਕੇ ਅੰਦਰ ਤੋਂ ਸੁਰਤ ਦੇ ਲੈਵਲ 'ਤੇ ਸੁਖ ਮਿਲਣਾ ਸੀਗਾ, ਉਹ ਅਸੀਂ ਟੋਟਲੀ ਪਾਰਟ ਹੀ ਮਿਸ ਕਰ ਗਏ। ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਦੁਰਲਿਖ ਪਾਇਆ। ਪਰ ਇਹ ਨਾਨਕ, ਇਹ ਸੱਚ ਆ, ਨਾਮ ਉਹਨਾਂ ਨੂੰ ਮਿਲਦਾ ਆ। ਇੱਥੇ ਨਾਮ ਦਾ ਮਤਲਬ ਆ ਉਹ ਸਿੱਖਿਆ, ਉਹ ਆਈਡੀਆਜ਼, ਉਹ ਐਕਚੁਅਲੀ ਵੇ ਆਫ ਲਾਈਫ, ਉਹ ਜਿਹੜੀ ਜਾਚ ਆ। ਜਿਨ ਕੋ ਧੁਰ ਲਿਖ ਪਾਇਆ, ਕੋਈ ਧੁਰ ਤੋਂ, ਕੋਈ ਪੁਰਾਣਾ ਸੰਸਕਾਰ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਹੈਗੇ ਨੇ ਜਨਮਾਂ ਜਨਮਾਂਤਰਾਂ ਤੋਂ ਬੀਜੇ ਹੋਏ ਬੀਜ ਜਿਹੜੇ ਨੇ, ਉਹ ਕੋਈ ਪ੍ਰਫੁੱਲਤ ਹੁੰਦਾ ਆ। ਅਦਰਵਾਈਜ਼ ਬੰਦਾ ਲੋਸਟ ਹੋ ਜਾਂਦਾ ਸਾਰੀ ਹਨੇਰੀ ਦੇ ਵਿੱਚ। ਦੂਸਰਾ ਸ਼ਲੋਕ ਪ੍ਰਾਰੰਭ ਹੋ ਰਿਹਾ, ਮਹਲਾ ਤੀਜਾ।
कर ही मैं अमृत भरपूर है, मनमुखा साध ना पाया। कर ही मैं अमृत भरपूर है। अमृत इज ए नेक्टर। नेक्टर इज द सिंबल ऑफ प्योर स्पिरिचुअलिटी। महाराज कहते इनू किते बाहर लभण ना जाई। साढ़े तो ईवन अजे भी तुसीं देखो इसी गुरबाणी की रोशनी होने के बावजूद पंजाब के खिते 'च देखो लोकी जगह जगह डेरेदारां दे कोल आले दुआले बंदियां दे कोलों नाम लेंदे ने, जाके नाम लभ रहे ने। हालांकि कॉन्सैप्ट सारे का सारा जिहड़ा आ यही माया आ। बंदा 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 अपने आप नूं खुद धोखा दे रहा, सामने वाला भी दे रहा। ये इलिट्रेशन आ, जिहड़ी इलिट्रेशन दे विच लोकी गवाचे होए, दे आर टोटली लॉस्ट, दे डोंट नो ये है की असल दे रूप विच। गुरु बाबा जी कहते जिहड़ा नाम आ, जिहड़ा अमृत आ, जिहड़ी शांति आ, जिहड़ा पीस ऑफ माइंड आ, ये तेनों कोई इंजैक्ट नहीं कर सकता। तेनों कोई थोड़ा बहुता गाइड कर सकता है, पढ़ा सकता है, समझा सकता है। एंड ऑफ द डे यू हैव टू अटेन इट बाय योर सेल्फ। कर ही मैं अमृत भरपूर है, तेरे अंदर ही वो चीज पई है। तेनों आप ही अपने लैवल ते अपने आप नूं जिहड़ा समझना पएगा। कर ही मैं अमृत भरपूर है, मनमुखा साध ना पाया। पर जिहड़े मन दे मुरीद ने, मन दे मुरीद, जिवें सपोज करो किसी ने अपनी पहलां असीं धंधे की आइडेंटिटी की गल की, हुण एक लैवल ते बंदे ने वकारां की आइडेंटिटी बना ली। बंदे ने एहसास ही कर लिया कि मैं तो वकारी बंदा आ, मेरे तो जीवन च वकार ही सब कुछ ने। लिटरली तौर पर तुसीं देखोगे हुण उसनूं ते चीज़ समझ नहीं लगेगी। तो आप देख सकते हो संसार दे विच लोकी इसे किस्म के नाल ही वकारां दे मगर जीवन बर्बाद कर दिंदे। साहब कहंदे उन्हां नूं मनमुखा साध ना पाया। उन्होंने इसदा स्वाद भी नहीं, उन्होंने पता ही नहीं ये की चीज़ आ। ईवन कई बार लोग मैंने लिटरली तौर पर कह देंगे, भाई साहब वर्ड्स आर गुड, एक्चुअली बिलीव इज़ गुड, एवरीथिंग, बट नथिंग इज़ हैपनिंग एज ए ऑन रीयल लैवल। कुछ रीयल लैवल ते जिहड़ा हैगा जिन्हों कहा जाए कि इनिशियली तो उस लैवल तो किते कुछ भी दिस नहीं ना रहा, इंस्टेंट तो कुछ भी नहीं हैगा। जस्ट बिलीव आ, जस्ट टॉक आ, जस्ट होप आ, जस्ट ड्रीम आ, बट वो चीज़ लैवल ते सानू दिसदी नहीं हैगी। जिहड़ा ये रूप आ इत्थे गुरु अमरदास साहब ने बयान किया, कहते कि सच है ज्यों कस्तूरी मिर्ग ना जाने भरम दा भरम भुलाया। कस्तूरी मिर्ग ना जाना एक बहुत जिहड़ी फ्रैगरेंस देने वाली चीज़ है। हुण तो खैर वो जिहड़ी मिर्ग ने, डीयर नूं कहा जाता है, उन्हां दी पूरी नस्ल वो एक्सटिंक्ट हो गई है, ख़त्म हो गई है। ये मिर्ग होंदे सी, डीयर्स जी खास करके होंदे सीगे बिहार ते नेपाल दे बॉर्डर दे नाल वाले जंगलों दे विच इत्थे होंदे सी। उन्हां दा जिहड़ा नाभि हुंदी है पेट दे थल्ले, जिन्हों तुसीं बैली दा एरिया कहिंदे हैगे हो, उहदे विच एक समा पा के जदों मिर्ग मैच्योर हुंदा सीगा, उहदे अंदर फिर वो सुगंधी देण वाला, खुशबू देण वाला पदार्थ पैदा हो जाता सीगा, कस्तूरी। आपने शायद कदी इनू देखा होए। असीं अपनी पढ़ाई के दौरान सानू एक दो बारी इस तरीके नाल मौका बनया रियल कस्तूरी नूं वेखण दा। तो कस्तूरी जिहड़ी असल विच हुंदी है एडी कमाल दी चीज़ आ कि सपोज करो मैं अपने हाथ एवें फड़ी है, इस तरीके नाल पकड़ के जिहड़ा हाथ का पिछला हिस्सा आ वो किसी दूसरे शख्स के हाथ एवें रगड़ दियां मैं, तो वो जिहड़ा जिथे हाथ रगड़िया सीगा तीसरे शख्स नूं एवें हाथ रगड़ते जाके खुशबू आ जाएगी, पूरी पास हो जाएगी हाथ दे विचों, इस तरीके नाल दूजे पासे दूजे पासे दूजे पासे दूजे पासे तीसरे पासे, इतनी खुशबू। तो आप आइडिया लाओ जिस मिर्ग दे पेट चों पैदा होंदी है उहदी की हालत होएगी। गुरु बाबा जी ने मिसाल दी तो वो कहते जदों वो कस्तूरी खुशबू इस लैवल ते पैदा हो जाती सी पूरी जबरदस्त उहदे पेट दे विच, वो मिर्ग पागल हो जाता सीगा। वो जिधरों हवा आउंदी सी उधरों भजदा सी, लगदा सी खुशबू इधरों आ रही है। साडी हालत ये है, सानू लगदा आ रस जिहड़ा आ पदार्थ विच आ, रस जिहड़ा आ मटीरियलिस्टिक वर्ल्ड दे विच आ। लोकी जवानी की दहलीज ते आ रहे ने, शराबां पी रहे ने, नशे कर रहे ने, होर चीज़ां दे मगर कमले हुए ने। हालांकि ये नहीं पता रस ते जिंदगी दे विच आ।
ਜੀਵਨ 'ਚ ਤੁਸੀਂ ਨਸ਼ਾ ਵੀ ਪੀ ਰਹੇ ਹੋ, ਇਫ ਯੂ ਆਰ ਐਕਚੁਅਲੀ feeling some kind of dopamine, some kind of euphoria, some kind of actually that those chemicals still you have inside you. Just ਇਹ ਚੀਜ਼ਾਂ ਤੇ ਉਸ ਨੂੰ ਜਿਹੜਾ ਹੈ ਬਿਨਾਂ ਮਤਲਬ ਤੋਂ ਰਿਲੀਜ਼ ਇੰਟਰਵੈਂਸ਼ਨ ਕਰਕੇ ਰਿਲੀਜ਼ ਕਰਨ 'ਚ ਹੈਲਪ ਕਰਦੀਆਂ ਨੇ, ਹੋਰ ਤੇ ਕੁਝ ਵੀ ਨਹੀਂ ਹੈਗਾ। ਪਰ ਜੇ ਬੰਦੇ ਦਾ ਥਾਟ ਪ੍ਰੋਸੈਸ ਇਹੋ ਜਿਹਾ ਆ ਜਾਏ, ਉਹਦੀ ਲੋੜ ਵੀ ਨਹੀਂ ਰਹਿ ਜਾਂਦੀ। ਗੁਰੂ ਬਾਬਾ ਜੀ ਨੇ ਨਾਮ ਦੀ ਦਾਤ ਨੂੰ ਇਸ ਰੂਪ ਵਿੱਚ ਕਿਹਾ, ਜਿਵੇਂ ਮਿਰਗ ਉਸ ਖੁਸ਼ਬੂ ਨੂੰ ਨਹੀਂ ਜਾਣਦਾ ਪਾਗਲ ਹੋ ਜਾਂਦਾ, ਸਾਡੀ ਵੀ ਇਹ ਹਾਲਤ ਆ। ਅੰਮ੍ਰਿਤ ਤਜ ਬਿਕ ਸੰਗ੍ਰਹਿ ਕਰਤਾ ਆਪ ਖਵਾਇਆ, ਇਹ ਵੀ ਕੁਦਰਤ ਦੀ ਖੇਡ ਹੈ। ਐਸੀ ਖੇਡ ਬਣਾਈ ਹੈ ਅੰਮ੍ਰਿਤ ਤਜ, ਜਿਹੜਾ ਅਸਲ ਜੀਵਨ ਕਰਨ ਵਾਲਾ ਆ ਉਹ ਨਾ ਕਰਕੇ ਕਿਤੇ ਹੋਰ ਵਕਾਰਾਂ ਦੀ ਦੁਨੀਆ 'ਚ ਖੰਚਤ ਹੋ ਗਏ। ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ। ਕਿਸੇ ਵਿਰਲੇ ਗੁਰਮੁਖ ਨੂੰ ਸਮਝ ਆਉਂਦੀ, ਉਹ ਫਿਰ ਅੰਦਰਲੇ ਬ੍ਰਹਮ ਨੂੰ, ਅੰਦਰ ਦੀ ਉਸ ਜਿਹੜੀ ਸਾਡੀ ਡਿਵਾਈਨ ਐਬਿਲਿਟੀ ਹੈ ਉਹਨੂੰ ਫਿਰ ਉਹ ਇੰਜੋਏ ਕਰਦਾ, ਉਹਨੂੰ ਮਾਣ ਸਕਦਾ ਹੈਗਾ। ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ। ਇਹੋ ਜਿਹਾ ਫਿਰ ਤਨ ਵੀ ਮਨ ਵੀ ਸੀਤਲ ਹੋ ਜਾਂਦਾ। ਰਸਨਾ ਦੇ ਜ਼ਰੀਏ ਰੱਬ ਰੱਬ ਕਰਨਾ ਚੰਗਾ ਲੱਗਦਾ। ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਿਲਾਇਆ। ਬਾਕੀ ਸ਼ਬਦ ਦੇ ਜ਼ਰੀਏ ਹੀ, ਸ਼ਬਦ ਦੇ ਸੋਰਸ ਜਿਵੇਂ ਬਾਣੀ ਹੈ, ਇਹਦੇ ਜ਼ਰੀਏ ਹੀ ਇਹ ਸਭ ਚੀਜ਼ਾਂ ਹੋਂਦ ਵਿੱਚ ਆ ਸਕਦੀਆਂ ਨੇ। ਬਿਨ ਸ਼ਬਦ ਹੈ ਸਭ ਜਗ ਬੌਰਾ ਨਾ ਬਿਰਥਾ ਜਨਮ ਗਵਾਇਆ। ਬਿਨਾਂ ਸ਼ਬਦ ਤੋਂ ਸਾਰਾ ਸੰਸਾਰ ਬੌਰਾ ਕਮਲਾ ਹੋ ਜਾਂਦਾ, ਬੇਅਰਥ ਜਨਮ ਗਵਾ ਜਾਂਦਾ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਹੈ। ਨਾਨਕ ਕਹਿ ਕਿ ਅਸਲ ਜਿਹੜਾ ਸ਼ਬਦ ਹੈ ਉਹੀ ਅੰਮ੍ਰਿਤ ਹੈ। ਸੱਚੀ ਸਿੱਖਿਆ ਜਿਹਨੂੰ ਅਡਾਪਟ ਕਰਕੇ ਅਸੀਂ ਅੰਦਰ ਦੀ ਦੁਨੀਆ ਨੂੰ ਸਮਝ ਕੇ ਜੀਵਨ ਦੇ ਸੁੱਖ ਨੂੰ ਮਾਣ ਸਕਦੇ ਹੈਗੇ। ਇਸ ਲੋਕਾਂ ਦੇ ਵਿੱਚ ਆ ਪੌੜੀ ਜੋ ਕਿ ਸਮਾਂ ਸਮਾਪਤ ਹੈ। ਜਦੋਂ ਕਿਤੇ ਫਿਰ ਮੌਕਾ ਬਣਿਆ ਫਿਰ ਵਿਚਾਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਿਤਾਰਨੀਆਂ, ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ